नानक भगता सदा विगास, सुने दुख पाप का नास। ਗੁਰੂ ਪਿਆਰੀ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਵਿਸਰਾਮ। ਜੋ ਪਰਮੇਸ਼ਰ ਦਾ ਨਾਮ ਹੈ, ਐਸੇ ਸੁੱਖਾਂ ਦੀ ਮਣੀ ਹੈ, ਐਸੀ ਮਣੀ ਜੋ ਭਗਤਾਂ ਦੇ ਮਨ ਵਿੱਚ ਵਿਸਰਾਮ ਕਰਦੀ ਹੈ, ਭਾਵ ਭਗਤਾਂ ਦੇ ਮਨ ਨੂੰ ਵਿਸਰਾਮ ਦਿੰਦੀ ਹੈ। ਭਗਤ ਜਨਾਂ ਦੇ ਮਨ ਵਿੱਚ ਟਿਕਦੀ ਹੈ ਜਾਂ ਸਥਾਪਿਤ ਹੁੰਦੀ ਹੈ, ਔਰ ਨਾਲ ਹੀ ਭਗਤ ਜਨਾਂ ਦੇ ਮਨ ਨੂੰ ਵੀ ਧਾਵਣ ਤੋਂ, ਭੱਜਣ ਤੋਂ ਰੋਕ ਲੈਂਦੀ ਹੈ, ਵਿਸਰਾਮ ਕਰ ਦਿੰਦੀ ਹੈ। ਇਸ ਤਰ੍ਹਾਂ ਦੀ ਭਾਵਨਾ ਨਾਲ ਹੁਣ ਸਾਡੀ ਚੌਥੀ ਅਸ਼ਟਪਦੀ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਮਨੁੱਖ ਨੂੰ ਉਪਦੇਸ਼ ਦਿੱਤਾ ਜਾਂਦਾ ਹੈ ਕਿ ਹੇ ਮਨੁੱਖ, ਤੂੰ ਵਾਹਿਗੁਰੂ ਜੀ ਦਾ ਚਿੰਤਨ ਕਰ, ਉਸ ਨੂੰ ਚੇਤੇ ਕਰ, ਸਿਮਰਨ ਕਰ ਔਰ ਯਾਦ ਰੱਖ। ਔਰ ਯਾਦ ਰੱਖਣ ਦੇ ਨਾਲ ਨਾਲ ਜੋ ਦਾਤਾਂ, ਜੋ ਕਿਰਪਾ ਤੇਰੇ 'ਤੇ ਕੀਤੀ ਹੈ, ਉਸ ਦਾ ਸ਼ੁਕਰ ਕਰ। ਕਿਉਂਕਿ ਜਦੋਂ ਸ਼ੁਕਰ ਕਰਕੇ ਪਰਮੇਸ਼ਰ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਉਹ ਪਰਮੇਸ਼ਰ ਨੂੰ ਭਾਉਂਦਾ ਹੈ। ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ, ਧੰਨਵਾਦ ਕੀਤਾ ਜਾਂਦਾ ਹੈ। ਇਸ ਧੰਨਵਾਦ, ਇਸ ਸ਼ੁਕਰਾਨੇ ਤੋਂ ਹੀ ਪਰਮੇਸ਼ਰ ਦਾ ਪਿਆਰ ਉਪਜਦਾ ਹੈ। ਸੋ ਪਹਿਲਾਂ ਅਸ਼ਟਪਦੀਆਂ ਵਿੱਚ ਨਾਮ ਦਾ ਉਪਦੇਸ਼ ਦਿੱਤਾ ਸੀ, ਔਰ ਇਹਨਾਂ ਅਸ਼ਟਪਦੀਆਂ ਵਿੱਚ ਹੁਣ ਪਰਮੇਸ਼ਰ ਦੇ ਗੁਣਾਂ ਦੇ ਕਥਨ ਦੀ ਪ੍ਰੇਰਣਾ ਕਰਦੇ ਹਨ। ਜੋ ਪਦੇ 5, 6 ਔਰ 7 ਹੈ, ਇਸ ਵਿੱਚ ਜੀਵਾਂ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ। ਜੋ ਅੰਤਮ ਪਦਾ ਹੈ ਇਸ ਚੌਥੀ ਅਸ਼ਟਪਦੀ ਦਾ, ਉਸ ਵਿੱਚ ਪਰਮੇਸ਼ਰ ਜੀ ਦੇ ਸਨਮੁਖ ਹੋ ਕੇ ਸਾਡੇ ਵਰਗੇ ਸਾਰੇ ਜੀਆਂ ਦੀ ਭੁੱਲ ਬਖਸ਼ਾਉਣ ਲਈ ਅਰਦਾਸ ਕੀਤੀ ਹੈ। ਸੋ ਜੀ ਅਸੀਂ ਆਰੰਭ ਕਰਦੇ ਹਾਂ ਚੌਥੀ ਅਸ਼ਟਪਦੀ ਦਾ। ਸੋ ਸ਼ਲੋਕ ਹੈ, ਨਿਰਗੁਣਿਆਰ ਆਨਿਆ, ਸੋ ਪ੍ਰਭ ਸਦਾ ਸੰਭਾਲ। ਸ਼ਲੋਕ ਵਿੱਚ ਇਸ ਮਨੁੱਖ ਨੂੰ ਆਪਣੇ ਸੁਭਾਅ ਕਰਕੇ ਇਆਣਾ ਕਿਹਾ ਹੈ। ਇਆਣਾ ਤੋਂ ਭਾਵ ਹੈ ਅਣਜਾਣ, ਇਆਣਾ ਤੋਂ ਭਾਵ ਹੈ ਜਿਸ ਨੂੰ ਬੁੱਧੀ ਨਹੀਂ, ਇਆਣਾ ਤੋਂ ਭਾਵ ਹੈ ਜਿਸ ਨੂੰ ਚੰਗੇ ਮੰਦੇ ਦੀ ਸਮਝ ਨਹੀਂ। ਨਿਰਗੁਣਿਆਰ ਉਸ ਨੂੰ ਕਿਹਾ ਗਿਆ ਜਿਸ ਵਿੱਚ ਕੋਈ ਵੀ ਗੁਣ ਨਹੀਂ। ਇੱਕ ਪਾਸੇ ਪਰਮੇਸ਼ਰ ਨੂੰ ਵੀ ਨਿਰਗੁਣ ਆਖਿਆ ਕਿਉਂਕਿ ਉਹ ਸਾਰੇ ਦ੍ਰਿਸ਼ਟੀਮਾਨ ਗੁਣਾਂ ਤੋਂ ਪਰੇ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾਤਾਰ ਜਿਨ ਸਗਲੀ ਮੋਹੀ। ਪਰਮੇਸ਼ਰ ਸਾਰੇ ਗੁਣਾਂ, ਸਾਰੇ ਨਾਮਾਂ ਤੋਂ ਪਰੇ ਹੈ। ਇਸ ਕਰਕੇ ਪਰਮੇਸ਼ਰ ਨਿਰਗੁਣ ਹੈ, ਗੁਣਾਂ ਤੋਂ ਪਰੇ ਹੈ, ਗੁਣਾਂ ਤੋਂ ਉੱਚਾ ਹੈ। ਔਰ ਇੱਥੇ ਜੋ ਨਿਰਗੁਣ ਸ਼ਬਦ ਹੈ, ਇਹ ਮਨੁੱਖ ਦੇ ਦੋਸ਼ ਦੇ ਰੂਪ ਵਿੱਚ ਲਿਆ ਗਿਆ, ਜਿਸ ਵਿੱਚ ਕੋਈ ਵੀ ਨੇਕ ਗੁਣ ਨਹੀਂ, ਜਿਸ ਵਿੱਚ ਕੋਈ ਵੀ ਚੰਗੀ ਆਦਤ ਨਹੀਂ। ਇਸ ਕਰਕੇ ਚੰਗੀ ਆਦਤ ਨਾ ਹੋਣ ਕਰਕੇ ਉਹ ਇਆਣਾ ਹੈ, ਬੱਚਾ ਹੈ, ਉਹ ਬਾਲ ਬੁੱਧ ਹੈ। ਉਸ ਨੂੰ ਪ੍ਰੇਰਣਾ ਦਿੱਤੀ ਹੈ, ਸੋ ਪ੍ਰਭ ਸਦਾ ਸੰਭਾਲ। ਇੱਕ ਹੈ ਸੰਭਾਲ, ਯਾਨੀ ਸੰਭਾਲ ਲੈਣਾ। ਇਸ ਮਾਂ ਦੇ ਥੱਲੇ ਸੰਭਾਲ ਵਿੱਚ ਹਲੰਤ ਮੰਨੀ ਗਈ ਹੈ, ਜਿਸ ਕਰਕੇ ਇਸ ਨੂੰ ਥੋੜ੍ਹੇ ਝਟਕੇ ਨਾਲ ਬੋਲਿਆ ਜਾਂਦਾ ਹੈ। ਕਿਉਂਕਿ ਇੱਥੇ ਸੰਭਾਲ ਤੋਂ ਭਾਵ ਹੈ ਸੰਭਾਲਣਾ, ਸੰਭਾਲਣਾ ਤੋਂ ਭਾਵ ਹੈ ਮਨ ਵਿੱਚ ਚੇਤੇ ਰੱਖਣਾ। ਨਿਰਗੁਣਿਆਰ ਆਨਿਆ, ਸੋ ਪ੍ਰਭ ਸਦਾ ਸੰਭਾਲ। ਇਹ ਗੁਣਾਂ ਤੋਂ ਖਾਲੀ, ਇਹ ਬਾਲ ਬੁੱਧ ਪ੍ਰਾਣੀ, ਤੂੰ ਉਸ ਪ੍ਰਭੂ ਨੂੰ ਹਮੇਸ਼ਾ ਹਿਰਦੇ ਵਿੱਚ ਸੰਭਾਲ, ਉਸ ਨੂੰ ਯਾਦ ਕਰ। ਕਿਉਂਕਿ ਜਿਨ ਕੀਆ, ਜਿਸ ਪ੍ਰਭੂ ਨੇ ਤੈਨੂੰ ਕੀਤਾ ਹੈ, ਜੋ ਤੇਰਾ ਰਚਨਹਾਰ ਹੈ, ਤਿਸ ਚੀਤ ਰੱਖ। ਜਿਸ ਪ੍ਰਭੂ ਨੇ ਤੈਨੂੰ ਰਚਿਆ ਹੈ, ਤੈਨੂੰ ਸਿਰਜਿਆ ਬਣਾਇਆ ਹੈ, ਤਿਸ ਚੀਤ ਰੱਖ। ਨਾਨਕ ਨਿਭੀ ਨਾਲ, ਜੋ ਸਹਾਈ ਹੋਵੇਗਾ, ਤੇਰੇ ਅੰਗ ਸੰਗ ਰਹੇਗਾ, ਸੰਸਾਰ ਵਿੱਚ ਵੀ ਔਰ ਸੰਸਾਰ ਤੋਂ ਪਾਰ ਤੇਰੀ ਯਾਤਰਾ ਵਿੱਚ ਤੇਰਾ ਸਹਾਇਕ ਬਣੇਗਾ। ਅਨੰਤਾਂ ਜਨਮਾਂ ਤੋਂ ਤੇਰਾ ਸਹਾਇਕ ਹੈ, ਅਨੰਤਾਂ ਜਨਮਾਂ ਤੱਕ ਤੇਰਾ ਸਹਾਇਕ ਬਣੇਗਾ। ਭਾਵ ਉਸ ਨੂੰ ਯਾਦ ਕਰ ਜੋ ਸਦਾ ਅੰਗ ਸੰਗੇ ਹੈ। ਅਸ਼ਟਪਦੀ, ਇੱਥੇ ਅਸ਼ਟਪਦੀ ਦੇ 8 ਪਦੇ ਆਰੰਭ ਹੁੰਦੇ ਨੇ। ਰਮਈਆ ਕੇ ਗੁਣ ਚੇਤ ਪਰਾਨੀ, ਇੱਥੇ ਨੰਨੇ ਦਾ
प्रभाव है गुण और प्राणी, गुण और प्राणी नहीं। रमैया के गुण चेत प्राणी, भी हे प्राणी तू रमैया दे गुणां नू याद कर। रमैया तो भाव है राम, राम तो भाव है परमेश्वर, जो घट घट विच व्याप रहा है, हरेक कण विच मौजूद है, रमया होया है, सो रमैया है। रमैया के गुण चेत प्राणी, उस परमेश्वर दे गुणां नू, रमे होए परमेश्वर दे गुणां नू याद कर। कवन मूल ते कवन दृष्टानी, भी तू तेरा मूल केड़ा सी? तेरा मूल सी भी माता दे रकत दे एक कण तो और पिता दे बिंद दे एक कण तो कित्थों तू पैदा होया, किन्ने सूखम बरीक तो बरीक रूप तो तेरा विकास शुरू हुंदा है। कवन दृष्टानी, उस निक्के जहे कण तो तेनू इत्थे तक दृष्टानी तो भावे प्रगट कर दिता है, तेनू रच दिता है। कितनी सुंदर उसकी रचना तेरे रूप विच बनाई है, कितनी सुंदर तेरी देही किस छोटे जे अंश तो परमेश्वर ने रच दिती है, सुखदाई रची है, सोहनी रची है। इस करके रमैया के गुण चेत प्राणी, कवन मूल ते कवन दृष्टानी, किस छोटे जे मूल तो किस छोटे जे आरंभ तो तेनू शिंगार दिता है, तेनू ज्ञान इंद्रियां लगा दित्तियां, जिन तू साज सवार सिंगारिया, जिसने तेनू पहलों सूखम रूप च रचिया, फिर तेरी देही नू विकसित करके उसने सवारिया, और फिर ज्ञान इंद्रियां नाल और तेरे शरीर की सुंदरता नाल तेनू शिंगार दिता। गर्भ अगन में है जिन है, जिन है जिन्हें नहीं, जिन है हाहे दी धुनी आवेगी। गर्भ एक है गर्भ यानी हंकार, एक है गर्भ यानी माता दा गर्भ। गर्भ अगन मह, जिसने तेनू माता दे गर्भ दी अगन तो, ਜਦੋਂ ਬੱਚਾ ਆਪਣੀ ਮਾਤਾ ਦੇ ਗਰਭ ਵਿੱਚ ਹੁੰਦਾ ਉੱਥੇ ਇਤਨੀ ਗਰਮੀ ਹੈ, ਇਤਨੀ ਗਰਮੀ ਹੈ ਕਿ ਹੋਰ ਕੋਈ ਵੀ ਵਸਤ ਉੱਥੇ ਟਿਕ ਨਹੀਂ ਸਕਦੀ, ਇਤਨੀ ਗਰਮੀ ਦੇ ਅੰਦਰ। ਪਰੰਤੂ ਪਰਮੇਸ਼ਰ ਜਿਸ ਨੇ ਤੈਨੂੰ ਸਵਾਰਿਆ, ਸਜਾਇਆ ਔਰ ਸ਼ਿੰਗਾਰਿਆ, ਉਸਨੇ ਉਸ ਮਾਤਾ ਦੇ ਗਰਭ ਅਗਨ ਵਿੱਚ ਤੇਰੀ ਰੱਖਿਆ ਕੀਤੀ, ਤੇਰਾ ਵਿਕਾਸ ਕੀਤਾ। ਗਰਭ ਅਗਨ ਮਹਿ ਜਿਨ੍ਹੈ ਉਬਾਰਿਆ, ਉਬਾਰਨਾ ਤੋਂ ਭਾਵ ਜਦੋਂ ਕੋਈ ਬੰਦਾ ਡੁੱਬਦਾ ਹੈ, ਪਾਣੀ ਵਿੱਚ ਗੋਤੇ ਖਾਂਦਾ ਹੈ ਤੇ ਕੋਈ ਉਸ ਨੂੰ ਬਾਂਹ ਪਕੜ ਕੇ ਉਬਾਰ ਲੈਂਦਾ, ਇਹਨੂੰ ਉਸ ਨੂੰ ਬਾਹਰ ਖਿੱਚ ਲੈਂਦਾ। ਪਰਮੇਸ਼ਰ ਨੇ ਤੈਨੂੰ ਸਹੀ ਸਮੇਂ ਤੇ ਪੂਰੇ 9 ਮਹੀਨਿਆਂ ਬਾਅਦ ਉਸ ਗਰਭ ਦੀ ਅਗਨ ਤੋਂ ਖਿੱਚ ਕੇ ਬਾਹਰ ਕੱਢ ਕੇ ਤੈਨੂੰ ਉਬਾਰ ਲਿਆ, ਤੈਨੂੰ ਉਸ ਗਰਭ ਅਗਨ ਤੋਂ ਬਚਾ ਲਿਆ। ਪਹਿਲਾਂ ਸੁੱਖਾਂ ਰੂਪੀ ਤੇਰੀ ਦੇਹੀ ਦਾ ਨਿਰਮਾਣ ਸ਼ੁਰੂ ਕੀਤਾ, ਫਿਰ ਤੈਨੂੰ ਸਜਾਇਆ ਔਰ ਫਿਰ ਤੈਨੂੰ ਗਰਭ ਅਗਨ ਵਿੱਚੋਂ ਉਬਾਰ ਲਿਆ। ਉਸ ਤੋਂ ਬਾਅਦ ਸੰਸਾਰ ਵਿੱਚ ਆ ਕੇ ਬਾਂਹ ਨਹੀਂ ਛੱਡੀ। ਇਹਨਾਂ ਤੋਂ ਕਿਸੇ ਵੀ ਅਵਸਥਾ ਵਿੱਚ ਸੀ, ਬਾਲ ਅਵਸਥਾ ਸੀ, ਜਵਾਨੀ ਸੀ, ਬੁਢੇਪਾ ਸੀ, ਅੰਤਮ ਸਮਾਂ ਸੀ, ਹਰ ਸਮੇਂ ਤੇਰੇ ਅੰਗ ਸੰਗ ਰਿਹਾ। ਗਰਭ ਅਗਨ ਮਹਿ ਜਿਨ੍ਹੈ ਉਬਾਰਿਆ, ਫਿਰ ਲਿਖਦੇ ਹੈ ਥੋੜਾ ਵੱਡਾ ਹੋਇਆ, ਬਾਰ ਵਿਵਸਥਾ, ਬਾਲਕ ਦੀ ਅਵਸਥਾ ਯਾਨੀ ਤੇਰੇ ਬਚਪਨ ਦੇ ਅੰਦਰ, ਬਾਰ ਯਾਨੀ ਬਾਲਕ, ਵਿਵਸਥਾ ਯਾਨੀ ਅਵਸਥਾ ਯਾਨੀ ਉਮਰ। ਬਾਰ ਵਿਵਸਥਾ ਤੁਝ ਹੈ, ਤੁਝੇ ਨਹੀਂ, ਤੁਝ ਹੈ ਪਿਆਰਾ दूध, ਪਿਆਰੇ ਨਹੀਂ ਪਿਆਰਾ। ਇੱਥੇ ਪਿਆਰੇ ਤੋਂ ਭਾਵ ਜਾਂ ਪਿਆਰਾ ਤੋਂ ਭਾਵ ਪਿਆਰਾ ਨਹੀਂ, ਇੱਥੇ ਪਿਆਰੇ ਤੋਂ ਭਾਵ ਹੈ ਤੈਨੂੰ ਪਿਲਾਣਾ। ਇਸ ਤੋਂ ਭਾਵ ਹੈ ਤੈਨੂੰ ਜਦੋਂ ਤੂੰ ਬੱਚਾ ਸੀ ਤੇਰੇ ਆਹਾਰ ਦਾ ਪ੍ਰਬੰਧ ਪਰਮੇਸ਼ਰ ਨੇ ਤੇਰੇ ਆਉਣ ਤੋਂ ਪਹਿਲਾਂ ਕਰ ਦਿੱਤਾ। ਉਸ ਬਾਰ ਵਿਵਸਥਾ ਤੁਝੇ ਪਿਆਰਾ दूध, उस बचपन की अवस्था विच तेनों दुध पिया के पालिया। क्यों? क्योंकि उस समय भोजन ਚੱਬਣ ਲਈ तेरे कोल दंद नहीं सी, तू भोजन नहीं कर सकता सी, परंतु तेरे भोजन का रूप बदल के उसने तेनों आहार दिता। उस तो बाद तेरी अवस्था वड्डी हो गई, उम्र वड्डी हो गई, पर जोबन, हुण तेरे अंदर जोबन भर गया, तू जवान हो गया।
ਭਰ ਜੋਬਨ ਭੋਜਨ ਸੁਖ ਸੂਧ। ਜਦੋਂ ਤੂੰ ਵੱਡਾ ਹੋ ਗਿਆ, ਜੋਬਨ ਭਰ ਗਿਆ, ਭਰ ਜਵਾਨ ਹੋ ਗਿਆ, ਤੈਨੂੰ ਤੇਰੇ ਉਮਰ ਦੇ ਅਨੁਸਾਰ ਪਹਿਲਾਂ ਬਾਲ ਅਵਸਥਾ ਵਿੱਚ, ਪਹਿਲਾਂ ਬਾਲ ਵਿਵਸਥਾ ਵਿੱਚ ਦੁੱਧ ਦਾ ਪ੍ਰਬੰਧ ਕੀਤਾ। ਹੁਣ ਕਹਿੰਦੇ ਨੇ ਭੋਜਨ ਸੁਖ ਸੂਧ। ਪਹਿਲੇ ਤੈਨੂੰ ਭੋਜਨ ਦਿੱਤਾ, ਫਿਰ ਸੁਖ ਮਾਨਣ ਦੇ ਆਨੰਦ ਦਿੱਤੇ, ਸੁਖ ਮਾਨਣ ਦੀ ਬਿਰਤੀ ਦਿੱਤੀ, ਔਰ ਫਿਰ ਤੈਨੂੰ ਸੁਧ ਦਿੱਤੀ, ਤੈਨੂੰ ਬੁੱਧ ਦਿੱਤੀ, ਤੈਨੂੰ ਉਸ ਸਾਰੇ ਸੰਸਾਰ ਵਿੱਚ ਵਿਚਰਨ ਦਾ ਗਿਆਨ ਦੇ ਦਿੱਤਾ। ਇਹ ਸਾਰੀ ਉਸ ਪਰਮੇਸ਼ਰ ਦੀ ਤੇਰੇ ਉੱਤੇ ਬਰਕਤ ਭਰੀ ਨਿਗਾਹ ਸੀ। ਪਰ ਜਦੋਂ ਇਸ ਤੋਂ ਬਾਅਦ ਬੁੱਢਾ ਹੋ ਗਿਆ, ਬਿਰਧ ਹੋ ਗਿਆ ਮਨੁੱਖ, ਬਿਰਧ ਭਇਆ, ਬਿਰਧ ਹੋ ਗਿਆ, ਬਿਰਧ ਭਇਆ, ਬਿਰਧ ਹੋ ਗਿਆ, ਉਪਰ ਸਾਕ ਸੈਨ। ਹੁਣ ਸਾਕ ਸੈਨ ਕਿਉਂ ਸੰਬੰਧੀ ਤੇਰੇ ਅੱਗੇ ਪਿੱਛੇ ਨੇ? ਕਿਉਂਕਿ ਹੁਣ ਤੇਰੇ ਨੇਤਰ ਕੰਮ ਨਹੀਂ ਕਰਦੇ, ਹੱਥ ਪੈਰ ਕੰਮ ਨਹੀਂ ਕਰਦੇ, ਕੰਨ ਸੁਣਦੇ ਨਹੀਂ, ਕਿਉਂਕਿ ਤੇਰਾ ਸਾਰਾ ਸਰੀਰ ਜਵਾਬ ਦੇ ਗਿਆ ਹੈ। ਔਰ ਤੇਰੀ ਪਾਲਣਾ ਦੀ ਜ਼ਿੰਮੇਵਾਰੀ ਕਿਉਂਕਿ ਪਰਮੇਸ਼ਰ ਦੀ ਹੈ, ਇਸ ਕਰਕੇ ਤੇਰੇ ਦੇਖਭਾਲ ਲਈ ਔਰ ਤੇਰੇ ਭੋਜਨ ਦੇ ਆਹਾਰ ਲਈ, ਕਿਉਂਕਿ ਤੂੰ ਖੁਦ ਨਹੀਂ ਕਰ ਸਕਦਾ, ਪਹਿਲੇ ਬਚਪਨ ਵਿੱਚ ਖੁਦ ਨਹੀਂ ਕਰ ਸਕਦਾ ਸੀ, ਮਾਤਾ ਪਿਤਾ ਦਿੱਤੇ, ਦੁੱਧ ਦੇ ਰੂਪ ਵਿੱਚ ਆਹਾਰ ਦਿੱਤਾ, ਜਵਾਨ ਹੋ ਗਿਆ, ਭੋਜਨ ਬਖਸ਼ਿਆ, ਤੈਨੂੰ ਸੁੱਧ ਬਖਸ਼ੀ, ਗਿਆਨ ਬਖਸ਼ਿਆ, ਸੁਰਤ ਬਖਸ਼ੀ। ਔਰ ਜਦੋਂ ਤੇਰੀ ਸੁਰਤ ਸਰੀਰ ਜਵਾਬ ਦੇ ਗਏ, ਪਰੰਤੂ ਫਿਰ ਵੀ ਤੇਰੀ ਪਾਲਣਾ ਕਰਨ ਲਈ ਉਸਨੇ ਤੇਰੇ ਅੰਗ ਸਾਕ ਤੇਰੇ ਆਲੇ ਦੁਆਲੇ ਖੜੇ ਕਰ ਦਿੱਤੇ, ਹਾਜ਼ਰ ਕਰ ਦਿੱਤੇ। ਬਿਰਧ ਭਇਆ ਉਪਰ ਸਾਕ ਸੈਨ। ਸਾਕ ਸੈਨ ਤੋਂ ਭਾਵ ਤੇਰੇ ਸੰਬੰਧੀ, ਤੇਰੇ ਰਿਸ਼ਤੇਦਾਰ ਤੇਰੇ ਉੱਪਰ ਖੜੇ ਹਨ, ਤੇਰਾ ਧਿਆਨ ਰੱਖਦੇ ਹਨ, ਕਿਉਂਕਿ ਪਰਮੇਸ਼ਰ ਨੇ ਉਹਨਾਂ ਦਾ ਕਰਤੱਵ ਬਖਸ਼ਿਆ, ਉਹਨਾਂ ਨੂੰ ਡਿਊਟੀ ਲਾਈ ਹੈ ਤੇਰੇ ਦੇਖਭਾਲ ਦੀ, ਤੇਰੇ ਪਾਲਣ ਦੀ। ਮੁਖ ਅਪਿਆਓ ਬੈਠ ਕੋ ਦੈਨ। ਜੋ ਤੇਰੇ ਸੰਬੰਧੀ ਨੇ ਤੇਰੀ ਬਿਰਧ ਅਵਸਥਾ ਵਿੱਚ ਤੈਨੂੰ ਬੈਠੇ ਬਿਠਾਏ, ਬਿਨਾਂ ਕਿਸੇ ਆਹਾਰ ਦੇ, ਬਿਨਾਂ ਕਿਸੇ ਯਤਨ, ਬਿਨਾਂ ਕਿਸੇ ਕਸ਼ਟ ਦੇ ਤੇਰੇ ਮੁਖ ਵਿੱਚ ਭੋਜਨ ਪਾਉਣ ਨੂੰ ਤਿਆਰ ਬੈਠੇ ਨੇ। ਪਰੰਤੂ ਮਨੁੱਖ ਦੀ ਬਿਰਤੀ ਇਸ ਤਰ੍ਹਾਂ ਦੀ ਅਕਿਰਤ ਕਣਾਂ ਵਾਲੀ ਹੈ, ਇਸ ਤਰ੍ਹਾਂ ਉਹ ਪਰਮੇਸ਼ਰ ਦੀ ਕੀਤੀ ਨਹੀਂ ਜਾਣਦਾ, ਕਿਉਂਕਿ ਇਹ ਨਿਰਗੁਣ ਗੁਣ ਇੱਥੇ ਨੰਨਾ ਪ੍ਰਧਾਨ ਹੈ, ਇਹੋ ਹਾਏ ਥਲੇ ਔਂਕੜ ਹੈ, ਇਸ ਕਰਕੇ ਇਹ ਨਹੀਂ ਇਹੋ। ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬੂਝੈ ਦੁਲਾਈਆਂ ਨੇ, ਪਰੰਤੂ ਇਹ ਜੀਵ ਗੁਣ ਰਹਿਤ ਹੈ, ਆਪ ਦੇ ਸਾਰੇ ਗੁਣਾਂ ਨੂੰ, ਸਾਰੀ ਕੀਤੀ ਨੂੰ ਜਾਣਦਾ ਨਹੀਂ, ਬੁੱਝਦਾ ਨਹੀਂ, ਸ਼ੁਕਰਾਨਾ ਨਹੀਂ ਕਰਦਾ। ਬਖਸ਼ ਲਿਹੋ ਤੋ ਨਾਨਕ ਸੀਝੈ। ਸੀਝੇ ਤੋਂ ਬਾਅਦ ਸਿੱਧਤਾ ਪ੍ਰਾਪਤ ਹੋ ਗਈ ਹੈ, ਪੂਰਨਤਾ ਪ੍ਰਾਪਤ ਹੋ ਗਈ ਹੈ, ਸਵੀਕਾਰਤਾ ਹੋ ਗਈ ਹੈ। हे ਪ੍ਰਭੂ ਜੀ, ਇਹ ਨਿਰਗੁਣ ਹੈ, ਇਹ ਗੁਣਾਂ ਤੋਂ ਖਾਲੀ ਹੈ, ਆਪਦੇ ਗੁਣਾਂ ਨੂੰ ਨਹੀਂ ਜਾਣਦਾ, ਇਸ ਕਰਕੇ ਆਪ ਜੀ ਕਿਰਪਾ ਕਰੋ, ਬਖਸ਼ ਲਿਓ, ਆਪ ਜੀ ਕਿਰਪਾ ਕਰਕੇ ਇਸ ਨੂੰ ਮੁਆਫ ਕਰ ਦਿਓ, ਬਖਸ਼ ਲਓ। ਤੋ ਨਾਨਕ ਸੀਝੇ, ਤਾਂ ਕਿ ਇਸ ਦਾ ਪਾਰ ਉਤਾਰਾ ਹੋ ਸਕੇ, ਇਹ ਪੂਰਨਤਾ ਨੂੰ ਪ੍ਰਾਪਤ ਹੋ ਸਕੇ। ਗੁਰੂ ਸਾਹਿਬ ਦੂਸਰੇ ਪਦੇ ਵਿੱਚ ਵੀ ਫਿਰ ਦੁਬਾਰਾ ਮਨੁੱਖ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਨੇ, ਜਿਹ ਪ੍ਰਸਾਦ ਜੱਜੇ ਨੂੰ ਸਿਹਾਰੀ ਅਤੇ ਹਾਹਾ। ਜਿਹ ਜੱਜੇ ਨੂੰ ਏ ਦੀ ਆਵਾਜ਼ ਆਉਂਦੀ ਹੈ, ਜਿਹ ਪ੍ਰਸਾਦ, ਇੱਥੇ ਪ੍ਰਸਾਦ ਨਹੀਂ, ਪੱਪੇ ਥੱਲੇ ਰਾਰਾ ਪੈਰੀ ਲੱਗਾ ਹੈ, ਪ੍ਰਸਾਦ। ਜਹ ਪ੍ਰਸਾਦ ਧਰ ਉਪਰ ਸੁਖ ਬਸਹਿ। ਧਰ ਕਹਿੰਦੇ ਧਰਣੀ ਨੂੰ, ਧਰ ਕਹਿੰਦੇ ਧਰਤੀ ਨੂੰ, ਵੀ ਇਹ ਜੋ ਧਰਤੀ ਹੈ ਤੇਰੇ ਸੁੱਖਾਂ ਲਈ ਕਾਇਮ ਕੀਤੀ ਹੈ ਪਰਮੇਸ਼ਰ ਨੇ, ਤੇਰੀ ਸੇਵਾ ਲਈ ਕਾਇਮ ਕੀਤੀ ਹੈ। ਔਰ ਉਸ ਪ੍ਰਭੂ ਦੀ ਕਿਰਪਾ ਕਰਕੇ ਇਸ ਧਰਤੀ ਉੱਤੇ ਸੁਖ ਬਸਹਿ, ਸੁੱਖਾਂ ਵਿੱਚ ਵਸਦਾ ਹੈ। ਤੇਰੇ ਆਹਾਰ ਲਈ ਸਾਰਾ ਭੋਜਨ ਹੈ, ਤੇਰੇ ਜੀਣ ਲਈ ਹਵਾ ਹੈ, ਪਾਣੀ ਹੈ, ਸਭ ਕੁਝ ਤੇਰੀ ਸੇਵਾ ਵਿੱਚ ਹਾਜ਼ਰ ਹੈ। ਜੈ ਪ੍ਰਸਾਦ ਧਰ ਉੱਪਰ, ਧਰਤੀ ਦੇ ਉੱਪਰ ਸੁਖ ਬਸੈ, ਸੁੱਖਾਂ ਵਿੱਚ ਵਸਦਾ। ਸੁਖ ਵਿੱਚ ਖੱਖੇ ਨੂੰ ਸਿਹਾਰੀ, ਇਸ ਤੋਂ ਭਾਵ ਹੈ ਸੁੱਖਾਂ ਵਿੱਚ, ਸੁੱਖਾਂ ਦੇ ਨਾਲ ਵਸਦਾ ਹੈ। ਸੁਤ ਭਰਾਤ ਮੀਤ ਬਨਿਤਾ ਸੰਗ ਹਸਹਿ।
ਗੁਜਰੀ ਰਾਗ ਵਿੱਚ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਦਾ ਫਰਮਾਨ ਹੈ, ਮਾਏ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦਿਏ। ਭਾਵ ਜਿਤਨੇ ਵੀ ਤੇਰੇ ਸੰਬੰਧ ਨੇ, ਸੰਬੰਧੀ ਨੇ, ਮਾਤਾ ਪਿਤਾ ਪੁੱਤਰ ਜਿਤਨੇ ਵੀ ਤੇਰੇ ਸਹਾਇਕ ਨੇ, ਇਹ ਪਰਮੇਸ਼ਰ ਨੇ ਤੇਰੀ ਮਦਦ ਲਈ ਤੇਰੇ ਤੋਂ ਪਹਿਲਾਂ ਔਰ ਤੇਰੇ ਤੋਂ ਬਾਅਦ ਚ ਪੈਦਾ ਕਰਕੇ ਰਚ ਕੇ ਤੇਰੇ ਨਾਲ ਭੇਜ ਦਿੱਤੇ ਨੇ। ਸੋ ਇਸ ਥਾਂ ਤੇ ਵੀ ਗੁਰੂ ਸਾਹਿਬ ਦੱਸਦੇ ਨੇ, ਸੁਤ ਯਾਨੀ ਪੁੱਤਰ, ਭਰਾਤ, ਭਰਾਤ ਤੋਂ ਭਾਵੇਂ ਭਰਾਤਾ ਯਾਨੀ ਭਰਾ, ਮੀਤ ਤੇਰਾ ਸਾਥ ਨਿਭਾਉਣ ਵਾਲੇ ਤੇਰੇ ਪੱਕੇ ਮਿੱਤਰ, ਬਨੀਤਾ ਤੋਂ ਭਾਵੇਂ ਤੇਰੀ ਇਸਤਰੀ ਧਰਮ ਪਤਨੀ, ਸੰਗ ਹਸ ਹੈ ਤੈਨੂੰ ਪੈਦਾ ਕੀਤਾ, ਧਰਤੀ ਉੱਤੇ ਸੁੱਖ ਦਿੱਤੇ ਅਤੇ ਜਿਸ ਦਾ ਸ਼ੁਕਰਾਨਾ ਕਰਨਾ ਸੀ ਉਹਨਾਂ ਨੂੰ ਪਰਮੇਸ਼ਰ ਜੀ ਨੂੰ ਭੁੱਲ ਕੇ ਤੂੰ ਇਹਨਾਂ ਨਾਲ ਹੱਸਦਾ ਹੈ, ਖੇਡਦਾ ਹੈ ਔਰ ਅਨੇਕ ਪ੍ਰਕਾਰ ਦੀਆਂ ਕ੍ਰੀੜਾਵਾਂ ਕਰਦਾ ਹੈ। ਜਹ ਪ੍ਰਸਾਦ ਪੀਵਹਿ ਸੀਤਲ ਜਲਾ, ਯਾਨੀ ਤੂੰ ਆਪਣੇ ਪੁੱਤਰਾਂ ਨਾਲ, ਭਰਾਵਾਂ ਨਾਲ, ਮਿੱਤਰਾਂ ਨਾਲ, ਵੋਟੀ ਨਾਲ ਹੱਸਦਾ ਹੈ, ਭਾਵ ਉਹਨਾਂ ਦੇ ਮਿਲਾਪ ਵਿੱਚ ਪ੍ਰਸੰਨ ਹੁੰਦਾ ਹੈ। ਫਿਰ ਤੇਰੇ ਸੁੱਖ ਲਈ ਪਰਮੇਸ਼ਰ ਨੇ ਕੀ ਦਿੱਤਾ ਤੈਨੂੰ? ਕਹਿੰਦੇ ਤੈਨੂੰ ਪੀਣ ਨੂੰ ਠੰਡਾ ਪਾਣੀ ਦਿੱਤਾ, ਭਾਵ ਤੈਨੂੰ ਤ੍ਰਿਪਤੀ ਲਈ ਠੰਡੇ ਪਾਣੀ ਦਾ ਆਹਾਰ ਦਿੱਤਾ। ਭਾਵ ਜਦੋਂ ਮਨੁੱਖ ਗਰਮੀ ਵਿੱਚ ਠੰਡਾ ਪਾਣੀ ਪੀਂਦਾ ਉਸ ਦੀ ਤ੍ਰਿਪਤੀ ਹੋ ਜਾਂਦੀ ਹੈ, ਪਰੰਤੂ ਜਦੋਂ ਅਸੀਂ ਜਾਨਵਰਾਂ ਨੂੰ ਦੇਖਦੇ ਹਾਂ ਤਾਂ ਉਹ ਗੰਦਾ ਸੜਿਆ ਰੁਕਿਆ ਪਾਣੀ ਪੀ ਕੇ ਵੀ ਸ਼ੁਕਰ ਕਰਦੇ ਨੇ ਔਰ ਆਪਣਾ ਗੁਜ਼ਾਰਾ ਕਰਦੇ ਨੇ। ਉਹਨਾਂ ਦੀ ਅਵਸਥਾ ਤੋਂ ਉੱਚੀ ਤੇਰੀ ਸਾਜਨਾ ਪ੍ਰਭੂ ਨੇ ਕੀਤੀ ਹੈ। ਤੈਨੂੰ ਚੰਗੇ ਸੰਬੰਧੀ ਦਿੱਤੇ ਨੇ, ਉਹਨਾਂ ਨਾਲ ਮਿਲ ਕੇ ਪ੍ਰਸੰਨ ਰਹਿਣਾ ਹੈ। ਤੈਨੂੰ ਪੀਣ ਨੂੰ ਸੀਤਲ ਜਲਾ ਦਿੱਤਾ ਹੈ, ਠੰਡਾ ਪਾਣੀ ਦਿੱਤਾ ਹੈ। ਸੁਖਦਾਈ ਪਵਨ ਪਾਵਕ ਅਮੁਲਾ, ਇੱਥੇ ਇਸਦੇ ਦੋ ਭਾਗ ਹੋ ਸਕਦੇ ਹਨ। ਸੁਖਦਾਈ ਪਵਨ, ਸੁਖ ਦੇਣ ਵਾਲੀ ਹਵਾ, ਠੰਡੀ ਹਵਾ ਤੈਨੂੰ ਦਿੱਤੀ ਹੈ। ਪਾਵਕ ਅਮੁਲਾ ਯਾਨੀ ਜੋ ਅਗਨੀ ਹੈ ਬੜੀ ਅਮੋਲਕ ਹੈ, ਅਗਨੀ ਨੂੰ ਅਸੀਂ ਖਰੀਦ ਨਹੀਂ ਸਕਦੇ। ਅਗਨੀ ਇਸ ਤਰ੍ਹਾਂ ਦਾ ਵਸਤ ਹੈ ਜਿਸ ਦਾ ਕੋਈ ਮੁੱਲ ਨਹੀਂ। ਸਾਰੇ ਸੁੱਖਾਂ ਨੂੰ, ਭੋਜਨ ਨੂੰ ਪਕਾਉਣ ਵਾਲੀ ਹੈ, ਤੈਨੂੰ ਨਿੱਘ ਗਰਮੀ ਦੇਣ ਵਾਲੀ ਹੈ, ਤੇਰਾ ਜਾਨਵਰਾਂ ਤੋਂ ਬਚਾਅ ਕਰਨ ਵਾਲੀ ਹੈ। ਇਸ ਪ੍ਰਕਾਰ ਤੈਨੂੰ ਸੀਤਲ ਜਲ ਦਿੱਤਾ, ਸੁਖ ਦੇਣ ਵਾਲੀ ਪਵਨ ਦਿੱਤੀ ਔਰ ਅਮੁੱਲਕ ਬੇਸ਼ਕੀਮਤੀ ਅੱਗ ਦੀ ਦਾਤ ਵੀ ਤੈਨੂੰ ਦਿੱਤੀ। ਜਿਹ ਪ੍ਰਸਾਦ ਭੋਗ ਹੈ ਸਭ ਰਸਾ, ਇਸ ਪ੍ਰਕਾਰ ਇਹਨਾਂ ਸਾਰਿਆਂ ਨਾਲ ਰਲ ਕੇ, ਇਹਨਾਂ ਦਾ ਲਾਭ ਉਠਾ ਕੇ ਜਿਤਨੇ ਵੀ ਸੰਸਾਰ ਵਿੱਚ ਰਸ ਨੇ ਤੈਨੂੰ ਭੋਗਣ ਵਾਸਤੇ ਦਿੱਤੇ ਨੇ। ਵੈਸੇ ਰਸਾਂ ਦੀ ਗਿਣਤੀ 4 ਹੈ, ਖੱਟਾ, ਮਿੱਠਾ, ਕੌੜਾ, ਕਸੈਲਾ, ਪਰੰਤੂ ਇੱਥੇ ਰਸਾਂ ਤੋਂ ਭਾਵ ਹੈ ਸੰਸਾਰ ਵਿੱਚ ਹਰ ਪ੍ਰਕਾਰ ਦੇ ਛਕਣ ਵਾਲੇ, ਪ੍ਰਾਪਤ ਕਰਨ ਵਾਲੇ ਆਨੰਦਦਾਇਕ ਭੋਜਨ। ਜਿਹ ਪ੍ਰਸਾਦ ਭੋਗ ਹੈ ਸਭ ਰਸਾ, ਸਾਰੇ ਰਸ ਦਿੱਤੇ ਨੇ, ਭੋਗ ਦਿੱਤੇ ਨੇ, ਜਿਸ ਦੀ ਕਿਰਪਾ ਕਰਕੇ ਧਰਤੀ ਉੱਤੇ ਸੁਖਪੂਰਕ ਬਸਦਾ ਹੈ, ਆਪਣੇ ਸੰਬੰਧੀਆਂ ਨਾਲ ਆਨੰਦ ਮਾਣਦਾ ਹੈ। ਠੰਡੀ ਹਵਾ, ਠੰਡਾ ਪਾਣੀ ਔਰ ਅਮੋਲਕ ਪਾਵਕ ਯਾਨੀ ਅਗਨੀ ਨੂੰ ਆਪਣੇ ਪ੍ਰਯੋਗ ਵਿੱਚ ਲਿਆਉਂਦਾ ਹੈ। ਐਸੇ ਪ੍ਰਭੂ ਦੀ ਕਿਰਪਾ ਨਾਲ ਜੈ ਪ੍ਰਸਾਦ ਭੋਗ ਹੈ ਸਭ ਰਸਾ, ਉਸ ਪ੍ਰਭੂ ਦੀ ਕਿਰਪਾ ਨਾਲ ਸਾਰੇ ਰਸ ਭੋਗਦਾ ਹੈ। ਸਗਲ ਸਮੱਗਰੀ ਸੰਗ ਸਾਥ ਬਸਾ, ਦੋ ਸ਼ਬਦ ਹੈ ਸਮਗਰੀ, ਇੱਕ ਹੈ ਸਮੱਗਰੀ, ਗੱਗੇ ਪੈਰੀ ਰਾ, ਸਮੱਗਰੀ। ਸਗਲ ਸਮੱਗਰੀ ਸੰਗ ਸਾਥ ਬਸਾ, ਤੇਰੇ ਭਰਨ ਪੋਖਣ ਵਾਸਤੇ, ਤੇਰੇ ਜੀਵਨ ਵਾਸਤੇ ਸਾਰੇ ਸਮਾਨ ਜੋ ਤੈਨੂੰ ਲੋੜੀਂਦੇ ਨੇ ਉਹ ਪ੍ਰਭੂ ਦੀ ਕਿਰਪਾ ਨਾਲ ਤੂੰ ਉਹਨਾਂ ਦੇ ਵਿਚਕਾਰ ਵਸਦਾ ਹੈ। ਤੈਨੂੰ ਉਹ ਪਹਿਲਾਂ ਤੋਂ ਪਰਮੇਸ਼ਰ ਨੇ ਮੁਹੱਈਆ ਕਰਾ ਦਿੱਤੇ ਹਨ। ਸਾਰੇ ਪਦਾਰਥਾਂ ਦਾ ਸਮੁਦਾਇ, ਸਮੂਹ ਤੇਰੇ ਅੰਗ ਸੰਗ ਵਸਦਾ ਹੈ ਪ੍ਰਭੂ ਦੀ ਕਿਰਪਾ ਕਰਕੇ। ਪਰੰਤੂ ਪਦਾਰਥ ਹੁੰਦੇ ਉਹ ਤੇਰੇ ਅੰਗ ਨਾ ਹੁੰਦੇ, ਤੇਰੇ ਹੱਥ ਪੈਰ, ਤੇਰੇ ਨੇਤਰ ਨਾ ਹੁੰਦੇ, ਤੇਰੀ ਰਸਨਾ ਨਾ ਹੁੰਦੀ, ਫਿਰ ਤੂੰ ਇਹਨਾਂ ਰਸਾਂ ਦਾ, ਪਦਾਰਥਾਂ ਦਾ ਭੋਗ ਨਹੀਂ ਕਰ ਪਾਉਂਦਾ। ਇਸ ਕਰਕੇ ਪ੍ਰਭੂ ਨੇ ਤੇਰੇ ਤੇ ਦਇਆ ਕਰਕੇ ਐਸੇ ਅੰਗ ਵੀ ਤੈਨੂੰ ਲਾ ਦਿੱਤੇ। ਦੀਨੇ ਹਸਤ, ਹਸ ਯਾਨੀ ਹੱਥ, ਪਾਂਵ, ਪੈਰ ਵੀ ਦੇ ਦਿੱਤੇ। ਕਰਨ, ਨੇਤਰ,
ਰਸਨਾ। ਕਿਤਨੇ ਅਨੋਖੇ ਵਿਲੱਖਣ ਅੰਗ ਤੇਰੇ ਸਰੀਰ ਨੂੰ ਜੜ ਦਿੱਤੇ, ਲਾ ਦਿੱਤੇ, ਤਾਂ ਕਿ ਜਿਤਨੀਆਂ ਵੀ ਭੋਗ ਦੀਆਂ ਵਸਤਾਂ ਉੱਪਰ ਜ਼ਿਕਰ ਆਇਆ ਉਹਨਾਂ ਸਾਰਿਆਂ ਦਾ ਆਨੰਦ ਮਾਣ ਸਕੇ। ਦੀਨੇ ਹਸਤ ਪਾਂਵ ਕਰਨ ਨੇਤਰ ਰਸਨਾ, ਤੈਨੂੰ ਇਹ ਸਾਰੇ ਅੰਗ ਨਾਲ ਜੀਭ ਵੀ ਦਿੱਤੀ, ਜੀਭ ਦਿੱਤੀ ਰਸਾਂ ਦਾ ਸਵਾਦ ਲੈਣ ਲਈ ਅਤੇ ਪਰਮੇਸ਼ਰ ਦਾ ਸਿਮਰਨ ਉਚਾਰਨ ਦੇ ਲਈ। ਤਿਸ ਹੈ ਤਿਆਗ ਅਵਰ ਸੰਗ ਰਚਨਾ, ਪਰੰਤੂ ਤੂੰ ਐਸਾ ਅਕਿਰਤ ਕਣ ਹੈ ਵੀ ਇਤਨੀਆਂ ਦਾਤਾਂ ਦੇਣ ਵਾਲੇ ਦਾਤੇ ਨੂੰ ਛੱਡ ਕੇ ਉਸ ਦੀਆਂ ਦਾਤਾਂ ਉਸ ਦੇ ਸੁੱਖਾਂ ਵਿੱਚ ਰਚ ਗਿਆ ਹੈ। ਔਰ ਬੜੇ ਹੈਰਾਨੀ ਵਾਲੀ ਗੱਲ ਹੈ, ਬੜੇ ਅਚਰਜ ਵਾਲੀ ਗੱਲ ਹੈ। ਐਸੇ ਦੋਖ ਮੂੜ ਅੰਧ ਵਿਆਪੇ, ਵੀ ਇਤਨੇ ਦੋਸ਼ ਅਕਿਰਤ ਘਣਤਾ ਦੇ ਇਸ ਜੀਵ ਨੂੰ ਲੱਗੇ ਨੇ। ਮੂੜ ਕਹਿੰਦੇ ਮੂਰਖ, ਅੰਧ ਕਹਿੰਦੇ ਹੈ ਜਿਸ ਦੇ ਨੇਤਰ ਨਾ ਹੋਣ, ਕਿਉਂਕਿ ਇਸ ਨੂੰ ਗਿਆਨ ਦਾ ਨੇਤਰ ਨਹੀਂ, ਕਿਉਂਕਿ ਇਹ ਅਗਿਆਨੀ ਹੈ, ਗਿਆਨ ਦੇ ਨੇਤਰਾਂ ਤੋਂ ਕੰਮ ਨਹੀਂ ਲੈਂਦਾ। ਇਸ ਕਰਕੇ ਹੇ ਪ੍ਰਭੂ ਜੀ, ਐਸੇ ਦੋਖ, ਇਸ ਤਰ੍ਹਾਂ ਦੇ ਦੋਸ਼, ਇਸ ਤਰ੍ਹਾਂ ਦੇ ਕਮੀਆਂ ਊਣਤਾਈਆਂ ਮੂੜ ਅੰਧ ਵਿਆਪੇ, ਇਸ ਮੂਰਖ ਨੂੰ, ਇਸ ਅੰਨੇ ਨੂੰ, ਗਿਆਨ ਤੋਂ ਹੀਣੇ ਨੂੰ ਵਿਆਪ ਰਹੇ ਨੇ। ਇਹ ਤੇ ਹੈ ਹੀ ਔਗਣਾਂ ਦਾ ਭਰਿਆ, ਪਰੰਤੂ ਆਪ ਜੀ ਕਿਰਪਾ ਕਰੋ ਸਾਡੇ ਜੀਆਂ ਵਾਸਤੇ। ਗੁਰੂ ਸਾਹਿਬ ਬੇਨਤੀਆਂ ਕਰਦੇ ਨੇ ਪਰਮੇਸ਼ਰ ਅੱਗੇ, ਨਾਨਕ ਕਾਢ ਲਿਹੋ ਪ੍ਰਭ ਆਪੇ। ਹੇ ਪ੍ਰਭੂ, ਆਪ ਜਿਸ ਤਰ੍ਹਾਂ ਪਹਿਲੇ ਜ਼ਿਕਰ ਆਇਆ ਵੀ ਬਾਂਹ ਫੜ ਕੇ ਸਾਗਰ ਤੋਂ ਉਬਾਰ ਲਵੋ, ਖਿੱਚ ਲਓ, ਇਸ ਨੂੰ ਵੀ ਇਸ ਦੇ ਔਗਣ ਬਖਸ਼ ਕੇ ਨਾਨਕ ਕਾਢ ਲਿਹੋ ਪ੍ਰਭ ਆਪੇ, ਇਸ ਨੂੰ ਆਪ ਹੀ ਕਿਰਪਾ ਕਰਕੇ ਆਪਣੇ ਬਿਰਦ ਆਪ ਦਾ ਸੁਭਾਅ ਹੈ, ਆਪ ਦਾ ਵਚਨ ਹੈ, ਸਦ ਬਖਸ਼ੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਬਖਸ਼ਣ ਵਾਲੇ ਹੋ। ਇਸ ਕਰਕੇ ਨਾਨਕ ਕਾਢ ਲਿਹੋ ਪ੍ਰਭ ਆਪੇ। ਹੇ ਪ੍ਰਭੂ ਜੀ, ਇਸ ਜੀਵ ਨੂੰ ਐਸੇ ਦੁੱਖਾਂ ਵਿੱਚੋਂ, ਐਸੇ ਗਲਾਨੀ ਭਰੇ ਸਾਗਰ ਵਿੱਚੋਂ ਆਪ ਹੀ ਹੱਥ ਦੇ ਕੇ ਕੱਢ ਲਵੋ। ਇਹ ਗੁਰੂ ਸਾਹਿਬ ਪਰਮੇਸ਼ਰ ਅੱਗੇ ਅਰਦਾਸਾਂ ਕਰਦੇ ਹਨ। ਤੀਸਰੇ ਪਦੇ ਵਿੱਚ ਇਸ ਅਕਿਰਤ ਕਣ ਮਨੁੱਖ ਦੇ ਸੁਭਾਅ ਬਾਰੇ ਫਿਰ ਚਰਚਾ ਚੱਲਦੀ ਹੈ, ਫਿਰ ਪ੍ਰਸੰਗ ਚੱਲਦਾ ਹੈ। ਆਦ ਅੰਤ ਜੋ ਰਾਖਨ ਹਾਰ। ਦੇਖੋ ਭਾਈ, ਇਸ ਮਨੁੱਖ ਦੇ ਜੀਵ ਦੇ ਜਨਮ ਤੋਂ ਲੈ ਕੇ ਮੌਤ ਤੱਕ ਜੋ ਇਸ ਨੂੰ ਠਾਕੁਰ ਰੱਖਣ ਵਾਲਾ ਹੈ, ਪਾਲਣਾ ਕਰਨ ਵਾਲਾ ਹੈ, ਬਚਾਉਣ ਵਾਲਾ ਹੈ, ਸੁਖ ਦੇਣ ਵਾਲਾ ਹੈ, ਤਿਸ ਸਿਉ ਉਸ ਦੇ ਨਾਲ ਪ੍ਰੀਤ ਨਾ ਕਰੇ ਗਵਾਰ। ਆਪਣੇ ਜਨਮਦਾਤੇ ਨਾਲ, ਆਪਣੇ ਪਾਲਣਹਾਰੇ ਨਾਲ ਇਹ ਜੋ ਮੂਰਖ ਹੈ, ਆਪਣੇ ਔਗਣਾ ਕਰਕੇ, ਆਪਣੇ ਅਕਿਰਤ ਕਣ, ਆਪਣੇ ਨਾ ਸ਼ੁਕਰੇ ਸੁਭਾਅ ਕਰਕੇ ਉਸ ਪ੍ਰਭੂ ਨਾਲ ਪ੍ਰੀਤ ਨਹੀਂ ਕਰਦਾ। ਜਾ ਕੀ ਸੇਵਾ ਨਵਨਿਧ ਪਾਵੈ। ਜਿਸ ਪ੍ਰਭੂ ਦੀ, ਠਾਕੁਰ ਦੀ ਸੇਵਾ ਕਰਨੇ ਕਰਕੇ ਇਸ ਨੂੰ 9 ਨਿਧੀਆਂ ਯਾਨੀ 9 ਤਰ੍ਹਾਂ ਦੇ ਖਜ਼ਾਨੇ ਪ੍ਰਾਪਤ ਹੁੰਦੇ ਹਨ, ਯਾਨੀ ਸਭ ਪ੍ਰਕਾਰ ਦੇ ਸੁਖ ਸਾਧਨ ਪ੍ਰਾਪਤ ਹੁੰਦੇ ਹਨ। ਤਾਂ ਸਿਉ ਤਿਸ ਦੇ ਨਾਲ, ਤਾਂ ਸਿਉ ਮੂੜਾ ਤੋਂ ਭਾਵ ਮੂਰਖ, ਉਸ ਨਾਲ ਇਹ ਮੂਰਖ ਜੀਵ ਮਨ ਨਹੀਂ ਲਾਵੈ। ਮਨ ਵਿੱਚ ਕਿਉਂਕਿ ਸੰਬੰਧੀਆਂ ਦਾ ਪਿਆਰ ਹੈ, ਮਨ ਵਿੱਚ ਕਿਉਂਕਿ ਧਨ ਪਦਾਰਥ ਦਾ ਮੋਹ ਹੈ, ਮਨ ਵਿੱਚ ਕਿਉਂਕਿ ਹਰ ਪ੍ਰਕਾਰ ਦੇ ਸੁੱਖਾਂ ਦੀ ਪ੍ਰਾਪਤੀ ਦਾ ਲਾਲਚ ਹੈ, ਉਸ ਮਨ ਵਿੱਚ ਪ੍ਰਭੂ ਦੇ ਪ੍ਰੇਮ ਦਾ ਵਾਸਾ ਨਹੀਂ। ਕਿਉਂਕਿ ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਵੀ ਕਿਸੇ ਭਾਂਡੇ ਵਿੱਚ ਇੱਕ ਵਸਤੂ ਤਾਂ ਸਮਾ ਸਕਦੀ ਹੈ ਜੇ ਉਸ ਵਿੱਚ ਪਹਿਲੇ ਪਈ ਵਸਤੂ ਨੂੰ ਪਾਸੇ ਕਰ ਦਿੱਤਾ ਜਾਵੇ। ਉਸ ਮਨ ਦੇ ਭਾਂਡੇ ਵਿੱਚ ਤਾਂ ਸੰਸਾਰਕ ਪਿਆਰ, ਸੰਸਾਰਕ ਵਿਕਾਰ ਪਏ ਨੇ, ਤੇ ਐਸੇ ਭਾਂਡੇ ਵਿੱਚ ਪ੍ਰੀਤ ਨਹੀਂ ਪੈ ਸਕਦੀ। ਹੁਣ ਜੋ ਠਾਕੁਰ ਸਦ ਸਦਾ ਹਜੂਰੇ, ਇੱਕ ਸ਼ਬਦ ਹੈ ਹਜੂਰੇ, ਇੱਕ ਸ਼ਬਦ ਹੈ ਹਜੂਰ ਹੈ।
ਇੱਥੇ ਇੱਕ ਮਾਤਰਾ ਹੈ, ਲਾਂ ਹੈ, ਇਸ ਕਰਕੇ ਹਜੂਰੇ। ਜੋ ਠਾਕੁਰ ਸਦ ਸਦਾ ਹਜੂਰੇ, ਵੀ ਜਿਹੜਾ ਮਾਲਕ, ਜਿਹੜਾ ਪ੍ਰਭੂ ਸਦੀਵ ਕਾਲ ਤੇਰੇ ਅੰਗ ਸੰਗ ਹੈ, ਸਦ ਸਦਾ ਹਜੂਰੇ, ਤੇਰੇ ਹਾਜ਼ਰ ਹਜੂਰ ਹੈ, ਤੇਰੇ ਅੰਗ ਸੰਗ ਹੈ। ਇਤਨਾ ਅੰਗ ਸੰਗ ਹੈ ਪਰੰਤੂ ਇਸ ਦੇ ਨੇਤਰ ਉਸ ਨੂੰ ਦੇਖਣ ਵਿੱਚ, ਉਸ ਨੂੰ ਮਹਿਸੂਸ ਕਰਨ ਵਿੱਚ ਅਸਫਲ ਹਨ। ਤਾਂ ਕਉ ਅੰਧਾ ਜਾਨਤ ਦੂਰੇ, ਤਾਂ ਕੋ, ਤਾਂ ਕਉ, ਇੱਥੇ ਤਿੰਨ ਧੁਨੀਆਂ ਨੇ, ਤਾਂ ਕਉ ਅੰਧਾ ਜਾਨਤ ਦੂਰੇ, ਕਿਉਂਕਿ ਇਹ ਅੰਧਾ ਹੈ, ਇਸ ਨੂੰ ਪਰਮਾਤਮਾ ਦੀ ਹਜ਼ੂਰੀ ਦੀ ਪ੍ਰਤੀਤੀ ਨਹੀਂ, ਇਸ ਕਰਕੇ ਉਸ ਪਰਮਾਤਮਾ ਨੂੰ ਨੇੜੇ ਨਹੀਂ ਜਾਣਦਾ, ਉਸ ਨਾਲ ਪ੍ਰੀਤ ਨਹੀਂ ਲਾਉਂਦਾ। ਜਾਂ ਕੀ ਟਹਿਲ ਪਾਵੈ ਦਰਗਹਿ ਮਾਨ। ਹੁਣ ਪ੍ਰਭੂ ਤਾਂ ਨਿਰਾਕਾਰ ਹੈ, ਫਿਰ ਪ੍ਰਭੂ ਦੀ ਸੇਵਾ ਕਿੱਦਾਂ ਕੀਤੀ ਜਾ ਸਕਦੀ ਹੈ? ਪ੍ਰਭੂ ਦੇ ਤਾਂ ਅੰਗ ਹੱਥ ਪੈਰ ਨਹੀਂ, ਉਹ ਤਾਂ ਨਿਰਾਕਾਰ ਰੂਪ ਹੈ। ਫਿਰ ਅਸੀਂ ਟਹਿਲ ਭਾਵ ਹੱਥਾਂ ਪੈਰਾਂ ਦੀ ਸੇਵਾ, ਚਰਨ ਦਬਾਉਣਾ, ਇਸ਼ਨਾਨ ਕਰਾਉਣਾ, ਇਸ ਨੂੰ ਟਹਿਲ ਸੇਵਾ ਆਖਦੇ ਨੇ। ਫਿਰ ਅਸੀਂ ਉਸਦੀ ਟਹਿਲ ਕਿਸ ਤਰ੍ਹਾਂ ਕਰ ਸਕਦੇ ਹਾਂ? ਇਸ ਤੋਂ ਭਾਵ ਹੈ ਕਿ ਪ੍ਰਭੂ ਦਾ ਨਾਮ ਜਪਣਾ ਹੀ ਪ੍ਰਭੂ ਦੀ ਟਹਿਲ ਹੈ, ਪ੍ਰਭੂ ਦਾ ਨਾਮ ਜਪਣਾ ਹੀ ਪ੍ਰਭੂ ਦੀ ਸੇਵਾ ਹੈ। ਜਾਂ ਕੀ ਟਹਿਲ ਪਾਵੈ, ਪਾਵੈ ਦਰਗਹਿ ਮਾਨ, ਦਰਗੇ ਦਰਗਹਿ ਚਾਰ ਧੁਨੀਆਂ ਨੇ। ਜਿਸ ਠਾਕੁਰ ਦੀ ਟਹਿਲ ਕਰਕੇ, ਨਾਮ ਜਪ ਕੇ ਇਸ ਨੂੰ ਦਰਗਾਹ ਵਿੱਚ ਮਾਣ ਪ੍ਰਾਪਤ ਹੁੰਦਾ ਹੈ। ਦਰਗਾਹ ਵਿੱਚ ਮਾਣ ਕਿਵੇਂ ਪ੍ਰਾਪਤ ਹੁੰਦਾ ਹੈ? ਜਦੋਂ ਕੋਈ ਆਮ ਮਨੁੱਖ ਸੰਸਾਰ ਤੋਂ ਵਿਦਾ ਹੁੰਦਾ ਹੈ ਤਾਂ ਗੁਰੂ ਸਾਹਿਬ ਆਖਦੇ, ਨਾਂਗੇ ਆਵਨ ਨਾਂਗੇ ਜਾਣਾ, ਕੋਈ ਨਾ ਰਹਿਸੀ ਰਾਜਾ ਰਾਣਾ। ਪਰੰਤੂ ਜਦੋਂ ਕੋਈ ਗੁਰਮੁਖ ਪਿਆਰਾ ਨਾਮ ਜਪਣ ਵਾਲਾ ਸੰਸਾਰ ਤੋਂ ਵਿਦਾ ਹੁੰਦਾ ਹੈ ਤਾਂ ਪ੍ਰਭੂ ਉਸ ਨੂੰ ਬੜੀ ਇੱਜ਼ਤ ਵਾਲਾ ਪਹਿਰਨ, ਪਹਿਰਾਵਾ ਪਾਉਣ ਨੂੰ ਦਿੰਦੇ ਹਨ ਤੇ ਉਸ ਦੀ ਜੈ ਜੈਕਾਰ ਕਰਦਿਆਂ ਉਸ ਨੂੰ ਸਨਮਾਨ ਨਾਲ ਖੜਿਆ ਜਾਂਦਾ ਹੈ। ਸੋ ਜਿਸ ਪ੍ਰਭੂ ਦੀ ਟਹਿਲ ਕਰਕੇ, ਉਸਦੇ ਨਾਮ ਜਪ ਕਰਕੇ ਪਾਵੈ ਦਰਗਹਿ ਮਾਨ, ਤੈਨੂੰ ਦਰਗਾਹ ਵਿੱਚ ਮਾਣ ਪ੍ਰਾਪਤ ਹੋ ਸਕਦਾ ਹੈ। ਤਿਸਹਿ ਵਿਸਾਰੈ, ਉਸ ਨੂੰ ਵਿਸਾਰ ਦਿੰਦਾ ਹੈ। ਵਿਸਾਰੈ, ਵੀ ਸਾਰੇ, ਇੱਥੇ ਵੀ ਸਾਰੇ ਨਹੀਂ, ਵੀ ਸਾਰੈ। ਤਿਸਹਿ ਵਿਸਾਰੈ ਮੁਗਧ ਅਜਾਨ, ਮੁਗਧ ਕਹਿੰਦੇ ਮੂਰਖ ਨੂੰ, ਅਜਾਨ ਤੋਂ ਭਾਵ ਅਗਿਆਨੀ। ਜੋ ਪ੍ਰਭੂ ਜਿਸ ਦੇ ਨਾਮ ਜਪਿਆ ਇਸ ਜੀਵ ਦੀ ਦਰਗਾਹ ਤੇ ਮਾਨਤਾ ਹੋ ਸਕਦੀ ਹੈ, ਆਦਰ ਸਤਿਕਾਰ ਹੋ ਸਕਦਾ ਹੈ, ਪਰੰਤੂ ਉਸ ਆਦਰ ਸਤਿਕਾਰ ਨੂੰ ਪ੍ਰਾਪਤ ਨਹੀਂ ਕਰਨਾ ਚਾਹੁੰਦਾ। ਉਸ ਪਰਮੇਸ਼ਰ ਦਇਆਵਾਨ ਬਖਸ਼ੰਦ ਪਰਮੇਸ਼ਰ ਨੂੰ ਇਹ ਵਿਸਾਰ ਦਿੰਦਾ ਹੈ, ਮਨੋਂ ਭੁਲਾ ਦਿੰਦਾ ਹੈ, ਕਿਉਂਕਿ ਇਹ ਮੁਗਧ ਹੈ, ਮੂਰਖ ਹੈ ਔਰ ਅਜਾਨ ਭਾਵ ਅਗਿਆਨੀ ਹੈ। ਸਦਾ ਸਦਾ ਇਹ ਭੂਲਨਹਾਰ, ਇੱਕ ਪਾਸੇ ਪ੍ਰਭੂ ਹੈ ਸਦਾ ਸਦਾ ਬਖਸ਼ਣਹਾਰ, ਸਦ ਬਖਸ਼ੰਦ, ਸਦਾ ਮਿਹਰਬਾਨਾ। ਦੂਜੇ ਪਾਸੇ ਇਹ ਜੋ ਜੀਵ ਹੈ ਅਗਿਆਨੀ ਹੈ, ਅੰਧਾ ਹੈ, ਮੂੜ ਹੈ ਔਰ ਸਦਾ ਸਦਾ ਭੁੱਲਣਹਾਰ ਹੈ, ਅਨੇਕ ਭੁੱਲਾਂ ਕਰਦਾ ਹੈ। ਸਦਾ ਸਦਾ ਇਹ ਭੁੱਲਣਹਾਰ, ਇਹ ਜੀਵ ਤਾਂ ਨਿਤ ਨਿਤ ਭੁੱਲਣ ਵਾਲਾ ਹੈ, ਨਿਤ ਨਿਤ ਗਲਤੀਆਂ ਅਪਰਾਧ ਕਰਨ ਵਾਲਾ ਹੈ। ਇਸ ਦਾ ਸਭ ਤੋਂ ਵੱਡਾ ਅਪਰਾਧ ਹੈ ਪਰਮੇਸ਼ਰ ਨੂੰ ਭੁੱਲ ਜਾਣਾ, ਉਸ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰ ਨਾ ਕਰਨਾ। ਨਾਨਕ ਰਾਖਨਹਾਰ ਅਪਾਰ, ਇੱਥੇ ਕਿਸ ਤਰ੍ਹਾਂ ਦੀ ਅਨੋਖੀ ਜੁਗਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵਰਤੀ ਹੈ। ਪਹਿਲੇ ਤਾਂ ਜੀਵ ਦੇ, ਉਸਦੇ ਹਿਰਦੇ ਦੇ, ਉਸਦੇ ਸਥਾਈ ਔਗਣਾਂ ਦਾ ਜ਼ਿਕਰ ਕੀਤਾ ਹੈ ਵੀ ਇਹ ਹੈ ਹੀ ਇਸ ਤਰ੍ਹਾਂ ਦਾ, ਪਰੰਤੂ ਹੇ ਪਰਮਾਤਮਾ ਆਪ ਤਾਂ ਬਖਸ਼ਣ ਵਾਲੇ ਹੋ, ਆਪ ਤਾਂ ਦਇਆ ਕਰਨ ਵਾਲੇ ਹੋ, ਆਪ ਤਾਂ ਸਭ ਕੁਝ ਖਿਮਾ ਕਰਕੇ ਮੇਲਣ ਵਾਲੇ ਹੋ। ਜੈਸਾ ਬਾਲਕ ਭਾਏ ਸੁਭਾਈ, ਆਪਣੇ ਸੁਭਾਅ ਕਰਕੇ ਜੋ ਬੱਚਾ ਹੈ ਲੱਖ ਅਪਰਾਧ ਕਮਾਵੇ, ਅਨੇਕਾਂ ਅਪਰਾਧ ਕਰਦਾ ਹੈ, ਲੱਖਾਂ ਗਲਤੀਆਂ ਕਰਦਾ ਹੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਉਪਦੇਸ਼ ਵੀ ਕਰਦਾ ਹੈ, ਸਮਝਾਉਂਦਾ ਵੀ ਹੈ, ਝਿੜਕਦਾ ਵੀ ਹੈ, ਬਹੁੜ ਪਿਤਾ ਗੱਲ ਲਾਵੇ। ਫਿਰ ਜਿਸ ਤਰ੍ਹਾਂ ਪਿਤਾ ਅਖੀਰ ਵਿੱਚ ਸਮਝਾ ਕੇ ਝਿੜਕ ਕੇ ਬੱਚੇ ਨੂੰ ਗੱਲ ਲੈ ਲੈਂਦਾ ਹੈ ਅਤੇ
ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੇ। ਜਿਸ ਤਰ੍ਹਾਂ ਪਿਤਾ ਆਪਣੇ ਪੁੱਤਰ ਪਿਆਰੇ ਦੀਆਂ ਸਾਰੀਆਂ ਗਲਤੀਆਂ ਖਿਮਾ ਕਰ ਦਿੰਦਾ ਹੈ, ਇਸ ਤਰ੍ਹਾਂ ਪ੍ਰਭੂ ਵੀ ਆਪਣੇ ਪਿਆਰੇ ਜੀਵ ਦੀਆਂ ਸਾਰੀਆਂ ਹੀ ਗਲਤੀਆਂ ਗੁਨਾਹ ਖਿਮਾ ਕਰ ਦਿੰਦਾ ਹੈ। ਨਾਨਕ ਰਾਖਣਹਾਰ ਅਪਾਰ, ਕਿਉਂਕਿ ਉਹ ਰੱਖਣ ਵਾਲਾ ਹੈ ਔਰ ਉਸਦੇ ਰੱਖਣ ਦਾ ਕੋਈ ਪਾਰ ਨਹੀਂ। ਕਿਸ ਨੂੰ ਕਿਸ ਤਰ੍ਹਾਂ ਖਿਮਾ ਕਰ ਸਕਦਾ ਉਸ ਨੂੰ ਹੀ ਪਤਾ ਹੈ, ਔਰ ਕਿਸੇ ਤੇ ਕ੍ਰੋਧਿਤ ਨਹੀਂ ਹੁੰਦਾ, ਕਿਸੇ ਨੂੰ ਵੀ ਸਜ਼ਾ ਨਹੀਂ ਦਿੰਦਾ। ਹਮੇਸ਼ਾ ਖਿਮਾ ਦਾ ਰੂਪ ਹੈ, ਹਮੇਸ਼ਾ ਦਇਆ ਦਾ ਰੂਪ ਹੈ, ਹਮੇਸ਼ਾ ਮਮਤਾਮਈ ਰੂਪ ਹੈ। ਇਸ ਕਰਕੇ ਨਾਨਕ ਰਾਖਣਹਾਰ ਅਪਾਰ। ਮਨ 'ਚ ਖਿਆਲ ਆਉਂਦਾ ਹੈ ਕਿ ਜੇ ਪਰਮਾਤਮਾ ਸਦਾ ਬਖਸ਼ਣ ਵਾਲਾ ਹੈ, ਹਰੇਕ ਦੇ ਅਸੰਖਾਂ ਔਗੁਣਾਂ ਨੂੰ ਖਿਮਾ ਕਰ ਦਿੰਦਾ ਹੈ, ਫਿਰ ਆਪਣੇ ਕੀਤੇ ਕਰਮਾਂ ਕਰਕੇ ਮਨੁੱਖ ਨੂੰ ਸਜ਼ਾ ਕਿਉਂ ਮਿਲਦੀ ਹੈ? ਸੋ ਇੱਥੇ ਗਿਆਤ ਇਹ ਹੈ ਕਿ ਕਿਸੇ ਵੀ ਕਰਮ ਦਾ ਫਲ ਪਹਿਲੇ ਤੋਂ ਨਿਸ਼ਚਿਤ ਹੈ। ਜੇ ਕੋਈ ਬੱਚਾ ਆਪਣੇ ਅਣਜਾਣ ਪੁਣੇ ਵਿੱਚ ਬਿਜਲੀ ਦੀ ਤਾਰ ਨੂੰ ਹੱਥ ਲਾਉਂਦਾ ਹੈ, ਉਸ ਨੂੰ ਮਾਪੇ ਮਨਾ ਕਰਦੇ ਨੇ, ਕਿਉਂਕਿ ਨਿਯਮ ਹੈ ਕਿ ਬਿਜਲੀ ਨੂੰ ਹੱਥ ਲਾਉਣ ਨਾਲ ਕਰੰਟ ਲੱਗ ਸਕਦਾ ਹੈ, ਅਗਨੀ ਵਿੱਚ ਹੱਥ ਪਾਉਣ ਨਾਲ ਹੱਥ ਜਲ ਸਕਦਾ ਹੈ। ਇਹ ਬਾਏ ਡਿਫਾਲਟ ਨਿਯਮ ਹੈ, ਪੱਕਾ ਨਿਯਮ ਹੈ। ਜੇ ਨਿਯਮ ਹੈ ਤਾਂ ਉਸਦੇ ਕਰਨ ਨਾਲ ਉਸਦਾ ਫਲ ਮਿਲਣਾ ਹੀ ਮਿਲਣਾ ਹੈ। ਜਿਤਨੇ ਵੀ ਸੰਸਾਰ ਵਿੱਚ ਜੀਵ ਦੇ ਮਾੜੇ ਕਰਮ ਨੇ, ਉਹਨਾਂ ਦਾ ਉਹ ਜੋ ਫਲ, ਜੋ ਨਤੀਜਾ ਹੈ, ਉਸਦੇ ਕਰਮਾਂ ਕਰਕੇ ਪ੍ਰਾਪਤ ਹੁੰਦਾ ਹੈ। ਪਰੰਤੂ ਪ੍ਰਭੂ ਹਮੇਸ਼ਾ ਬਖਸ਼ਣ ਵਾਲਾ ਹੈ। ਉਹ ਖਿਮਾ ਕਰਕੇ ਅੰਤ ਨੂੰ ਪਿਤਾ ਵਾਂਗ ਜੀਵ ਨੂੰ ਆਪਣੇ ਨਾਲ ਰਲਾ ਲੈਂਦਾ ਹੈ। ਹੁਣ ਚੌਥਾ ਪਦਾ ਹੈ ਰਤਨ ਤਿਆਗ। ਫਿਰ ਦੁਬਾਰਾ ਇਸ ਮਨੁੱਖ ਦੇ ਬਾਲਕ ਸੁਭਾਅ ਦੇ, ਅਣਜਾਣ ਸੁਭਾਅ ਦੇ ਔਰ ਨਾਸ਼ੁਕਰੇ ਸੁਭਾਅ ਦੇ ਲੱਛਣ ਗੁਰੂ ਸਾਹਿਬ ਬਿਆਨ ਕਰਦੇ ਨੇ। ਰਤਨ ਤਿਆਗ ਕੌਡੀ, 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 3 ਅੱਖਰਾਂ ਦੀ ਧੁਨੀ ਹੈ। ਰਤਨ ਤਿਆਗ ਕੌਡੀ ਸੰਗ ਰਚੈ, ਰਚੈ ਚੱਚੇ ਨੂੰ ਦੁਲਾਈਆਂ ਰਚੈ। ਹੁਣ ਕੋਈ ਬਾਲਕ ਹੈ, ਉਸ ਕੋਲ ਰਤਨ ਪਏ ਨੇ, ਹੀਰੇ ਜਵਾਹਰਾਤ ਪਏ ਨੇ, ਪਰੰਤੂ ਜੋ ਬਾਲਕ ਉਹਨਾਂ ਅਮੋਲਕ ਰਤਨਾਂ ਨੂੰ ਛੱਡ ਕੇ ਫਿਰ ਉਹ ਕੌਡੀਆਂ ਦੇ ਨਾਲ ਖੇਡਣ ਵਿੱਚ ਲੱਗ ਜਾਂਦਾ ਹੈ। ਇਸ ਤਰ੍ਹਾਂ ਇਹ ਜੋ ਮਨੁੱਖ ਹੈ, ਇਸ ਨੂੰ ਬੜੇ ਸਾਰੇ ਰਤਨ, ਬੜੇ ਸਾਰੇ ਸੁੱਖ ਮਿਲੇ ਨੇ। ਉਹ ਸਭ ਤੋਂ ਅਮੋਲਕ ਰਤਨ ਪਰਮੇਸ਼ਰ ਦਾ ਨਾਮ ਹੈ। ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਜੋ ਗੁਰੂ ਦੀ ਸਿੱਖਿਆ ਹੈ, ਜੋ ਗੁਰੂ ਦਾ ਦਿੱਤਾ ਨਾਮ ਉਪਦੇਸ਼ ਹੈ, ਇਹ ਸਭ ਤੋਂ ਵੱਡਾ ਰਤਨ ਹੈ। ਸੋ ਇਹ ਜੋ ਮਨੁੱਖ ਹੈ ਆਪਣੇ ਸੁਭਾਅ ਕਰਕੇ ਰਤਨ ਤਿਆਗ ਕੌਡੀ ਸੰਗ ਰਚੈ, ਅਮੋਲਕ ਨਾਮ ਰਤਨ ਦਾ ਤਿਆਗ ਕਰਦਾ ਹੈ। ਸੰਸਾਰਿਕ ਸੁੱਖਾਂ ਜੋ ਕੌਡੀ ਦੇ ਭਾਅ ਦੇ ਵੀ ਨਹੀਂ, ਉਹਨਾਂ ਦੇ ਮਗਰ ਭੱਜਾ ਫਿਰਦਾ ਹੈ। ਉਸ ਕੌਡੀਆਂ ਵਰਗੇ ਕੱਚੇ ਪਦਾਰਥਾਂ ਨਾਲ ਰਚ ਜਾਂਦਾ ਹੈ। ਸਾਚ ਛੋੜ ਝੂਠ ਸੰਗ ਮਚੈ, ਜਿੱਦਾਂ ਅੱਗ ਮਚਦੀ ਹੈ, ਵੱਧਦੀ ਹੈ, ਇਸ ਤਰ੍ਹਾਂ ਮਨੁੱਖ ਆਪਣੇ ਔਗਣਾਂ ਕਰਕੇ ਬਫਾਉਂਦਾ ਹੈ। ਉਹ ਮਾਣ ਕਰਦਾ ਆਪਣੇ ਔਗਣਾਂ ਤੇ। ਸੱਚ ਛੱਡ ਕੇ ਝੂਠ ਨਾਲ ਉਹ ਫਿਰ ਫੁੱਲਿਆ ਫਿਰਦਾ ਹੈ, ਬਫਾਉਂਦਾ ਹੈ, ਮਚਦਾ ਫਿਰਦਾ ਹੈ। ਸਾਚ ਛੋੜ, 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 ਇੱਥੇ ਲਿਖਿਆ ਛੋੜ। ਸਾਚ ਛੋੜ ਝੂਠ ਸੰਗ ਮਚੈ, ਸੱਚ ਨੂੰ ਛੱਡ ਕੇ ਝੂਠੀਆਂ ਚੀਜ਼ਾਂ, ਝੂਠੇ ਪਦਾਰਥਾਂ, ਨਾਸ਼ਮਾਨ ਪਦਾਰਥਾਂ, ਨਾਸ਼ਮਾਨ ਸੁੱਖਾਂ ਵਿੱਚ ਉਹ ਬਫਾਉਂਦਾ ਹੈ, ਮਾਣ ਕਰਦਾ ਹੈ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਇੱਥੇ ਸ਼ਬਦ ਅਸਥਿਰ ਹਿੰਦੀ ਵਿੱਚ ਤੁਸੀਂ ਵਿਲੋਮ ਸ਼ਬਦ ਕਰਦੇ ਹਾਂ, ਆਪੋਜ਼ਿਟ ਮੀਨਿੰਗ ਕਰਦੇ ਹਾਂ। ਇੱਕ ਹੈ ਸਥਿਰ ਜੋ ਪੱਕਾ ਹੈ, ਇੱਕ ਹੈ ਅਸਥਿਰ। ਪਰੰਤੂ ਇੱਥੇ ਗੁਰਬਾਣੀ ਵਿੱਚ ਅਸਥਿਰ ਤੋਂ ਭਾਵ ਹੈ ਹਮੇਸ਼ਾ ਟਿਕਿਆ ਰਹਿਣ ਵਾਲਾ। ਜੋ ਛੱਡਣਾ ਸੋ
ਅਸਥਿਰ ਕਰ ਮਾਨੇ, ਜਿਸ ਚੀਜ਼ ਨੇ ਇਸ ਨੂੰ ਛੱਡ ਜਾਣਾ ਹੈ ਉਸ ਨੂੰ ਅਵਿਨਾਸ਼ੀ ਮੰਨਦਾ ਹੈ। ਛੱਡ ਕੇ ਜਾਣਾ ਹੈ ਇਸ ਕਾਇਆ ਨੇ, ਇਸ ਸਰੀਰ ਨੇ, ਇਸ ਰੰਗ ਰਸ ਰੂਪ ਨੇ, ਇੱਕ ਦਿਨ ਸਦੀਵ ਕਾਲ ਇਸ ਨੂੰ ਛੱਡ ਦੇਣਾ ਹੈ। ਪਰੰਤੂ ਜੋ ਛੱਡਣਾ, ਜਿਸ ਸਰੀਰ ਨੂੰ ਛੱਡ ਜਾਣਾ ਹੈ ਸੋ ਅਸਥਿਰ ਕਰ ਮਾਨੈ, ਉਸ ਨੂੰ ਪੱਕੇ ਤੌਰ ਤੇ ਇਸ ਸੰਸਾਰ ਵਿੱਚ ਅਮਰ ਮੰਨ ਲੈਂਦਾ ਹੈ। ਕਿਸੇ ਨੂੰ ਵੀ ਅਗਿਆਤ ਨਹੀਂ ਕਿ ਅਸੀਂ ਕੁਝ ਦਿਨਾਂ ਬਾਅਦ ਸੰਸਾਰ ਨੂੰ ਛੱਡ ਕੇ ਜਾਣਾ ਹੈ। ਜਿਤਨੇ ਪ੍ਰਕਾਰ ਦੇ ਅਸੀਂ ਸਾਧਨ ਇਕੱਠੇ ਕਰਦੇ ਹਾਂ ਉਹ ਸਾਰੇ ਇਸ ਲਈ ਕਰਦੇ ਹਾਂ ਕਿਉਂਕਿ ਮੌਤ ਵਿਸਾਰ ਦਿੱਤੀ ਹੈ ਅਤੇ ਆਪਣੇ ਜੀਵਨ ਨੂੰ ਚਿਰ ਸਥਾਈ ਪੱਕਾ ਮੰਨ ਲਿਆ ਹੈ। ਜੋ ਛੱਡਣਾ, ਜਿਸ ਸਰੀਰ ਨੂੰ ਛੱਡ ਜਾਣਾ ਹੈ ਸੋ ਅਸਥਿਰ ਕਰ ਮਾਨੈ, ਉਸ ਨੂੰ ਅਵਿਨਾਸ਼ੀ ਕਰਕੇ ਮੰਨਦਾ ਹੈ। ਜੋ ਹੋਵਨ ਸੋ ਦੂਰ ਪਰਾਨੈ, ਔਰ ਜੋ ਹੋਣਾ ਹੈ, ਜੋ ਮੌਤ ਆਣੀ ਹੈ, ਜੋ ਸਰੀਰ ਨੂੰ ਛੱਡ ਜਾਣਾ ਹੈ, ਜਿਸ ਸੰਸਾਰ ਨੇ ਨਾਸ਼ ਹੋ ਜਾਣਾ ਹੈ ਉਸ ਨੂੰ ਇਹ ਦੂਰ ਦੀ ਗੱਲ ਵੀ ਅਜੇ ਮੌਤ ਨਹੀਂ ਆਣੀ, ਅਜੇ ਜੀਵਨ ਦਾ ਅੰਤ ਨਹੀਂ, ਉਸ ਨੂੰ ਦੂਰ ਦੀ ਗੱਲ ਪਛਾਣ ਕੇ ਬੈਠਾ ਹੈ। ਜੋ ਹੋਵਨ ਸੋ ਦੂਰ ਪਰਾਨੈ, ਪਰਾਨੇ ਤੋਂ ਭਾਵ ਪ੍ਰਤੀਤ ਕਰਦਾ ਹੈ, ਸਮਝਦਾ ਹੈ। ਛੋੜ ਜਾਏ ਤਿਸਕਾ ਸ਼ਰਮ ਕਰੈ, ਸ਼ਰਮ ਤੋਂ ਭਾਵ ਸ਼ਰਮ ਕਰਨਾ, ਮਿਹਨਤ ਕਰਨਾ। ਜਿਸ ਪਦਾਰਥਾਂ ਨੇ, ਜਿਸ ਸਰੀਰ ਨੇ, ਜਿਸ ਰੁਤਬੇ ਨੇ ਇਸ ਨੂੰ ਛੱਡ ਕੇ ਚਲੇ ਜਾਣਾ ਹੈ, ਛੋੜ ਜਾਏ ਤਿਸਕਾ ਸ਼ਰਮ ਕਰੇ, ਜਿਸ ਨੇ ਛੱਡ ਕੇ ਚੱਲਣਾ ਹੈ, ਛੱਡ ਕੇ ਚਲੇ ਜਾਣਾ ਹੈ, ਉਸ ਦਾ ਸ਼ਰਮ ਕਰਦਾ, ਉਸ ਲਈ ਮਿਹਨਤਾਂ ਕਰਦਾ, ਉਸ ਲਈ ਭੱਜ ਦੌੜ ਕਰਦਾ ਹੈ। ਸੰਗ ਸਹਾਈ ਤਿਸ ਪਰ ਹਰੈ, ਪਰ ਹਰੇ ਤੋਂ ਭਾਵ ਤਿਆਗ ਕਰ ਦੇਣਾ। ਜੋ ਇਸ ਦੇ ਸੰਗ ਸਹਾਈ ਹੈ, ਇਸ ਦੇ ਨਾਲ ਨਿਭਣ ਨੂੰ ਤਿਆਰ ਹੈ। ਜੈ ਮਾਤ ਪਿਤਾ ਸੁਤ ਮੀਤ ਨ ਪਾਈ, ਮਨ ਉਹਾਂ ਨਾਮ ਤੇਰੇ ਸੰਗ ਸਾਈ। ਜੈ ਮਹਾ ਭਿਆਨ ਦੂਤ ਜਮ ਜਲੇ, ਤੈ ਕੇਵਲ ਨਾਮ ਸੰਗ ਤੇਰੇ ਚਲੇ। ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਵੀ ਜਿਸ ਨਾਮ ਨੇ ਇਤਨੇ ਔਖੇ, ਇਤਨੇ ਵਿਖੜੇ ਪੈਂਡਿਆਂ ਤੇ ਤੇਰੇ ਨਾਲ ਨਿਭਣਾ ਹੈ, ਉਸ ਨੂੰ ਤੂੰ ਸੰਗ ਸਹਾਈ, ਜਿਸ ਨੇ ਤੇਰੇ ਸੰਗ ਸਹਾਇਤਾ ਕਰਨੀ ਹੈ, ਤਿਸ ਪਰਹਰੇ, ਉਸ ਨਾਮ ਨੂੰ ਛੱਡ ਦਿੰਦਾ ਹੈ। ਪਰਹਰੇ ਤੋਂ ਭਾਵ ਤਿਆਗ ਦਿੰਦਾ ਹੈ। ਚੰਦਨ ਲੇਪ ਉਤਾਰੈ ਧੋਏ, ਗਰਤਬ, ਗਰਤਬ ਤੋਂ ਭਾਵ ਹੈ ਗਧਾ ਜਾਂ ਖਰ। ਜਿਵੇਂ ਖੋਤੇ ਦੀ ਜੋ ਪ੍ਰੀਤੀ ਹੈ, ਗਧੇ ਦੀ ਪ੍ਰੀਤੀ ਸਵਾਹ ਦੇ ਨਾਲ ਹੈ, ਉਸ ਉੱਤੇ ਚੰਦਨ ਦਾ ਲੇਪਨ ਕੀਤਾ ਜਾਏ, ਚੰਦਨ ਨਾਲ ਉਸ ਨੂੰ ਸ਼ਿੰਗਾਰਿਆ ਵੀ ਜਾਵੇ, ਤਾਂ ਵੀ ਉਹ ਸਵਾਹ ਤੇ ਲੇਟ ਕੇ ਇਸ ਚੰਦਨ ਨੂੰ ਲਾ ਦਿੰਦਾ ਹੈ। ਇਸ ਜੀਵ ਦੀ ਬਿਰਤੀ ਵਿਕਾਰਾਂ ਵਾਲੀ ਹੈ। ਇਸ ਜੀਵ ਦੀ ਬਿਰਤੀ ਨਾਮ ਰੂਪੀ, ਸਤਸੰਗ ਰੂਪੀ ਚੰਦਨ ਵਾਲੀ ਨਹੀਂ। ਉਸ ਦਾ ਇਸ ਸਤਸੰਗ ਵਿੱਚ, ਇਸ ਨਾਮ ਵਿੱਚ ਮਨ ਨਹੀਂ ਲੱਗਦਾ। ਇਸ ਕਰਕੇ ਗੁਰੂ ਸਾਹਿਬ ਫਰਮਾਉਂਦੇ ਨੇ, ਚੰਦਨ ਲੇਪ ਉਤਾਰੇ ਧੋਏ, ਗਰਤਬ ਪ੍ਰੀਤ। ਗਰਦਬ ਯਾਨੀ ਖੋਤੇ ਦੀ ਜੋ ਪ੍ਰੀਤੀ ਹੈ, ਪਿਆਰ ਹੈ, ਭਸਮ ਸੰਗ ਹੋਏ, ਉਸ ਦੀ ਸਵਾਹ ਨਾਲ ਪ੍ਰੀਤੀ ਹੈ। ਅੰਧਕੂਪ ਮਹਿ ਪਤਿਤ ਬਿਕਰਾਲ। ਦੂਜਾ ਉਦਾਹਰਣ, ਪਹਿਲਾ ਉਦਾਹਰਣ ਸੀ ਖੋਤੇ ਦਾ, ਚੰਦਨ ਲਾ ਦਿਓ, ਸਵਾਹ ਵਿੱਚ ਲਿਟ ਲਿਟ ਕੇ ਉਸ ਨੂੰ ਉਤਾਰ ਦਿੰਦਾ ਹੈ। ਇਸ ਪ੍ਰਕਾਰ ਹੁਣ ਇੱਥੇ ਬੜੇ ਅੰਨੇ ਹਨੇਰੇ ਡੂੰਘੇ ਖੂਹ ਦਾ ਪ੍ਰਤੀਕ ਲਿਆ ਗਿਆ ਹੈ। ਜਿਸ ਪ੍ਰਕਾਰ ਹਨੇਰੇ ਡੂੰਘੇ ਨਿਰਜਨ ਸਥਾਨ, ਉਜਾੜ ਸਥਾਨ ਦੇ ਖੂਹ ਤੇ ਕੋਈ ਡਿੱਗ ਪਵੇ, ਉਸ ਨੂੰ ਕੋਈ ਬਚਾਉਣ ਵਾਲਾ ਨਹੀਂ। ਗੁਰੂ ਸਾਹਿਬ ਫਰਮਾਉਂਦੇ ਨੇ, ਅੰਧਕੂਪ ਮਹਿ ਪਤਿਤ ਬਿਕਰਾਲ। ਇਹ ਜੋ ਜੀਵ ਹੈ ਕਿਸ ਭਿਆਨਕ ਔਰ ਅੰਨੇ ਖੂਹ ਵਿੱਚ, ਅਗਿਆਨਤਾ ਵਿੱਚ ਡਿੱਗਾ ਪਿਆ ਹੈ। ਇਸ ਖੂਹ ਵਿੱਚੋਂ ਕੌਣ ਉਬਾਰੇਗਾ ਇਸ ਨੂੰ? ਇਸ ਖੂਹ ਵਿੱਚੋਂ ਹੈ ਪ੍ਰਭੂ ਜੀ ਆਪ ਹੀ ਕੱਢੋਗੇ ਬਾਹਰ, ਆਪ ਹੀ ਉਬਾਰੋਗੇ। ਅੰਧਕੂਪ ਮਹਿ ਪਤਿਤ, ਇਸ ਅੰਨੇ ਖੂਹ ਵਿੱਚ, ਇਸ ਬਿਕਰਾਲ ਖੂਹ ਵਿੱਚ, ਭਿਆਨਕ ਖੂਹ ਵਿੱਚ ਇਹ ਪਤਿਤ ਨਾਮ ਤੋਂ ਹੀਣਾ ਮਨਮੁਖ ਮਨੁੱਖ ਡਿੱਗਿਆ ਪਿਆ ਹੈ। हे ਪ੍ਰਭੂ ਕਿਰਪਾ ਕਰੋ,
ਆਪ ਹੀ ਆਪਣੇ ਸੁਭਾਅ ਅਨੁਸਾਰ ਦਇਆ ਕਰਕੇ ਇਸ ਨੂੰ ਨਾਨਕ ਕਾਢ ਲਿਹੋ ਪ੍ਰਭ ਦਿਆਲ। ਆਪ ਦਾ ਸੁਭਾਅ ਤਾਂ ਦਇਆ ਕਰਨ ਵਾਲਾ ਹੈ ਨਾ, ਇਸ ਕਰਕੇ ਆਪਣੇ ਸੁਭਾਅ ਦੀ, ਆਪਣੇ ਬਿਰਧ ਦੀ ਪੈਜ ਰੱਖਦਿਆਂ ਹੋਇਆਂ ਇਸ ਮੂਰਖ ਨੂੰ, ਅਗਿਆਨੀ ਨੂੰ, ਇਆਣੇ ਨੂੰ, ਇਸ ਵਿਕਾਰਾਂ ਦੇ ਭਿਆਨਕ ਖੂਹ ਵਿੱਚ ਡਿੱਗੇ ਹੋਏ ਨੂੰ ਆਪ ਹੱਥ ਦੇ ਕੇ ਉਬਾਰ ਲਓ, ਕਿਉਂਕਿ ਆਪ ਦਾ ਫਰਜ਼ ਹੈ ਆਪਣੇ ਇਆਣੇ ਬਾਲਕ ਨੂੰ ਬਾਂਹ ਫੜ ਕੇ ਸਹੀ ਮਾਰਗ ਤੇ, ਨਾਮ ਦੇ ਮਾਰਗ ਤੇ ਲੈ ਆਉਣਾ। ਆਪ ਸਾਰੀ ਸੰਗਤ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।